ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੀ, ਜਿਹੜਾ ਕਿ ਹੈਗਾ 10ਵੀਂ ਕਲਾਸ ਦੇ ਨਾਲ ਸੰਬੰਧਿਤ ਆ। ਤੇ ਇਸ ਦੇ ਵਿੱਚ ਵੀ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਪਿਛਲੀ ਵੀਡੀਓ ਦੇ ਵਿੱਚ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਦੇ ਉੱਪਰ ਪ੍ਰਭਾਵ। ਤੇ ਜਿਹੜੀ ਅੱਜ ਦੀ ਵੀਡੀਓ ਹੋਏਗੀ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ। ਜਿਹੜੀ ਪਿਛਲੀ ਵੀਡੀਓ ਸੀ ਇਸ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਪੰਜਾਬ ਦੇ ਨਾਵਾਂ ਵਿੱਚ ਤਬਦੀਲੀਆਂ, ਤੇ ਨਾਲ ਦੀ ਨਾਲ ਆਪਾਂ ਗੱਲ ਕੀਤੀ ਸੀ ਭਿੰਨ ਭਿੰਨ ਕਾਲਾਂ ਵਿੱਚ ਪੰਜਾਬ ਦੀਆਂ ਹੱਦਾਂ। ਜਿਹੜੀ ਅੱਜ ਦੀ ਵੀਡੀਓ ਹੋਏਗੀ ਇਹ ਹੋਏਗੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਨਾਲ ਸੰਬੰਧਿਤ। ਇਸ ਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਕਿ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਤੋਂ ਲੈ ਕੇ ਪੂਰਬ ਦੇ ਵਿੱਚ ਯਮੁਨਾ ਨਦੀ ਤੱਕ, ਤੇ ਇਸ ਤੋਂ ਇਲਾਵਾ ਜੇ ਦੱਖਣ ਦੀ ਗੱਲ ਕਰੀਏ ਤਾਂ ਰਾਜਸਥਾਨ ਤੋਂ ਲੈ ਕੇ ਪੱਛਮ ਦੇ ਵਿੱਚ ਸੁਲੇਮਾਨ ਪਹਾੜੀਆਂ ਤੱਕ ਫੈਲਿਆ ਹੋਇਆ ਹੈਗਾ ਏ। ਇਹ ਆਪਾਂ ਗੱਲ ਕਰ ਰਹੇ ਹੈਗੇ ਆ ਪੁਰਾਤਨ ਪੰਜਾਬ ਦੇ ਬਾਰੇ ਵਿੱਚ, ਜਿਹੜਾ ਕਿ ਅਣਵੰਡਿਆ ਹੋਇਆ ਪੰਜਾਬ ਹੈਗਾ ਏ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਜਿੰਨਾ ਵੀ ਤਿਕੋਣਾ ਹਿੱਸਾ ਹੈਗਾ ਇਹ ਸਿੰਧ ਨਦੀ ਤੋਂ ਲੈ ਕੇ ਯਮੁਨਾ ਦਰਿਆ ਤੱਕ, ਉਹ ਸਾਰੇ ਦਾ ਸਾਰਾ ਜਿਹੜਾ ਪੰਜਾਬ ਉਸ ਟਾਈਮ ਤੇ ਪੰਜਾਬ ਦੇ ਵਿੱਚ ਸਾਰੇ ਦਾ ਸਾਰਾ ਉਹ ਹਿੱਸਾ ਆਉਂਦਾ ਸੀਗਾ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਪੰਜਾਬ ਹੈਗਾ ਹੈ ਇਸ ਨੂੰ ਵੀ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈਗਾ ਹੈ। ਹਿਮਾਲਿਆ ਅਤੇ ਇਸ ਦੀਆਂ ਉੱਤਰ ਪੱਛਮੀ ਪਹਾੜੀਆਂ, ਉਪ ਪਹਾੜੀ ਖੇਤਰ, ਮੈਦਾਨੀ ਖੇਤਰ। ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਿਮਾਲਿਆ ਅਤੇ ਉਸ ਦੀਆਂ ਉੱਤਰ ਪੱਛਮੀ ਪਹਾੜੀਆਂ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਪੰਜਾਬ ਹੈਗਾ ਇਹ ਇਸ ਦੇ ਵਿੱਚ ਜਿਹੜੀਆਂ ਵੀ ਹਿਮਾਲਿਆ ਦੀਆਂ ਪਹਾੜੀਆਂ ਹੈਗੀਆਂ ਨੇ ਇਹ ਲਗਾਤਾਰ ਹੈਗੀਆਂ ਨੇ, ਜਾਂ ਆਪਾਂ ਕਹੀਏ ਲੜੀਵਾਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਇਹ ਕਈ ਜਗ੍ਹਾ ਤੇ ਘਾਟੀਆਂ ਦੇ ਰੂਪ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਜੇਕਰ ਇਹਨਾਂ ਦੀ ਚੌੜਾਈ ਦੀ ਗੱਲ ਕਰੀਏ ਤਾਂ 250 ਕਿਲੋਮੀਟਰ ਤੱਕ ਹੈਗੀ ਹੈ। ਇਸ ਤੋਂ ਇਲਾਵਾ ਇਹ ਦੇਸ਼ ਦੀ ਰੱਖਿਆ ਦੇ ਕਰਨ ਦੇ ਵਿੱਚ ਜਿਹੜਾ ਕੰਧ ਦੇ ਤੌਰ ਤੇ ਕੰਮ ਕਰਦੇ ਹੈਗੇ ਨੇ। ਇਸ ਤਰ੍ਹਾਂ ਜਿਹੜੀਆਂ ਪਹਾੜੀ ਲੜੀਆਂ ਹੈਗੀਆਂ ਨੇ ਉਚਾਈ ਦੇ ਪੱਖੋਂ ਵੀ ਇਕਸਾਰ ਨਹੀਂ ਹੈਗੀਆਂ। ਕਈ ਜਗ੍ਹਾ ਦੇ ਉੱਪਰ ਇਹ ਬਹੁਤ ਜ਼ਿਆਦਾ ਉੱਚੀਆਂ ਹੈਗੀਆਂ ਨੇ, ਕਈ ਜਗ੍ਹਾ ਦੇ ਵਿੱਚ ਜਿਹੜੀਆਂ ਇਹਨਾਂ ਦੀ ਉਚਾਈ ਘੱਟ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਇਸੇ ਤਰ੍ਹਾਂ ਇਹਨਾਂ ਨੂੰ ਵੀ ਮਹਾਨ ਹਿਮਾਲਿਆ, ਮੱਧ ਹਿਮਾਲਿਆ ਤੇ ਬਾਹਰਲਾ ਹਿਮਾਲਿਆ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈਗਾ। ਮਹਾਨ ਹਿਮਾਲਿਆ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਪਹਾੜੀਆਂ ਦੀ ਜਿਹੜੀ ਲੜੀ ਹੈਗੀ ਹੈ ਪੂਰਬ ਵਿੱਚ ਨੇਪਾਲ ਅਤੇ ਤਿੱਬਤ ਤੱਕ ਚਲੀ ਜਾਂਦੀ ਹੈਗੀ ਹੈ। ਪੱਛਮ ਦੇ ਵਿੱਚ ਵੀ ਇਹਨਾਂ ਨੂੰ ਮਹਾਨ ਹਿਮਾਲਿਆ ਪਹਾੜੀ ਹੀ ਕਿਹਾ ਜਾਂਦਾ ਹੈਗਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹੈਗੇ ਕਿ ਜਿਹੜੀ ਪਹਾੜੀਆਂ ਹੈਗੀਆਂ ਨੇ ਪੰਜਾਬ ਦੇ ਜਿਹੜਾ ਲਾਹੌਲ, ਸਪੀਤੀ ਤੇ ਕਾਂਗੜਾ ਜ਼ਿਲ੍ਹੇ ਹੈਗੇ ਨੇ ਇਹਨਾਂ ਨੂੰ ਕਸ਼ਮੀਰ ਤੋਂ ਵੱਖ ਕਰਦੀਆਂ ਹੈਗੀਆਂ ਨੇ। ਇਹਨਾਂ ਪਹਾੜੀਆਂ ਦੇ ਵਿੱਚ ਕੁੱਲੂ ਦੀਆਂ ਸੁੰਦਰ ਵਾਦੀਆਂ ਤੇ ਰੋਹਤਾਂਗ ਦਰਾ ਵੀ ਜਿਹੜਾ ਮੌਜੂਦ ਹੈਗਾ ਹੈ। ਜੇਕਰ ਪਹਾੜਾਂ ਦੀ ਉਚਾਈ ਦੀ ਗੱਲ ਕਰੀਏ ਤਾਂ 5851 ਮੀਟਰ ਤੋਂ ਲੈ ਕੇ 6718 ਮੀਟਰ ਦੇ ਵਿਚਕਾਰ ਇਹਨਾਂ ਦੀ ਹੈਗੀ ਹੈ ਉਚਾਈ। ਤੇ ਇਹ ਪਹਾੜੀਆਂ ਜਿਹੜੀਆਂ ਹੈਗੀਆਂ ਨੇ ਸਦਾ ਬਰਫ਼ ਦੇ ਨਾਲ ਹੀ ਢਕੀਆਂ ਰਹਿੰਦੀਆਂ ਹੈਗੀਆਂ ਨੇ। ਮੱਧ ਹਿਮਾਲਿਆ ਜਿਹੜੀ ਹੈਗੀ ਹੈ ਇਸ ਨੂੰ ਆਮ ਤੌਰ ਤੇ ਪਾਂਗੀ ਪਹਾੜੀਆਂ ਦੀ ਲੜੀ ਵੀ ਕਿਹਾ ਜਾਂਦਾ ਹੈਗਾ। ਇਹ ਪਹਾੜੀਆਂ ਰੋਹਤਾਂਗ ਦਰੇ ਤੋਂ ਚੱਲ ਕੇ ਅੱਗੇ ਜਿਹੜਾ ਚੰਬਾ ਵਿੱਚੋਂ ਦੀ ਹੋ ਕੇ ਚਨਾਬ ਤੇ ਜਿਹੜੇ ਰਾਵੀ ਦਰਿਆ ਹੈਗੇ ਨੇ ਇਹਨਾਂ ਦੀਆਂ ਘਾਟੀਆਂ ਨੂੰ ਨਿਖੇੜਦੀਆਂ ਹੈਗੀਆਂ ਨੇ। ਇਹ ਪਹਾੜੀਆਂ ਹੈਗੀਆਂ ਨੇ, ਇਹਨਾਂ ਦੀ ਉਚਾਈ ਦੀ ਗੱਲ ਕਰੀਏ ਤਾਂ ਇਹ 2155 ਮੀਟਰ ਉੱਚੀਆਂ ਹੈਗੀਆਂ ਨੇ। ਬਾਹਰਲੇ ਹਿਮਾਲਿਆ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਮੱਧ ਹਿਮਾਲਿਆ ਦੀਆਂ ਪਹਾੜੀਆਂ ਦੇ ਬਰਾਬਰ ਹੀ ਜਿਹੜੀਆਂ ਚੱਲਦੀਆਂ ਹੈਗੀਆਂ ਨੇ। ਚੰਬਾ ਦੇ ਧਰਮਸਾਲ ਤੋਂ ਲੈ ਕੇ ਕਸ਼ਮੀਰ ਵਿੱਚ ਦੀ ਰਾਵਲਪਿੰਡੀ, ਜੇਹਲਮ, ਗੁਜਰਾਤ ਜ਼ਿਲ੍ਹਿਆਂ ਦੇ ਇਲਾਕਿਆਂ ਦੇ ਵਿੱਚੋਂ ਦੀ ਜਾ ਕੇ ਇਹ ਨਿਕਲਦੀਆਂ ਹੈਗੀਆਂ ਨੇ ਅੱਗੇ। ਇਹਨਾਂ ਪਹਾੜੀਆਂ ਦੀ ਜੇਕਰ ਉਚਾਈ ਦੀ ਗੱਲ ਕਰੀਏ ਤਾਂ ਇਹ 923 ਮੀਟਰ ਉੱਚੀਆਂ ਹੈਗੀਆਂ ਨੇ। ਇਹ ਇਲਾਕਾ ਜਿਹੜਾ ਉਪ ਪਹਾੜੀ ਇਲਾਕਾ ਹੋਂਦਾ ਹੈਗਾ ਹੈ ਤੇ ਇਹਨਾਂ ਪਹਾੜੀਆਂ ਨੂੰ ਧੌਲਾਧਾਰ ਦੀਆਂ ਪਹਾੜੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਹੈ। ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਦਾ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਨਾਂ ਜਿਹੜਾ ਸੁਲੇਮਾਨ ਤੇ ਕਿਰਦਾਰਤ ਦੀਆਂ ਪਹਾੜੀਆਂ ਵੀ ਹੈਗਾ ਏ। ਇਹਨਾਂ ਪਹਾੜੀਆਂ ਵਿੱਚੋਂ ਜਿਹੜੇ ਕਈ ਦਰੇ ਹੈਗੇ ਨੇ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਖੈਂਬਰ, ਕੁਰਮ, ਟੋਚੀ, ਬੋਲਾਨ ਤੇ ਜਿਹੜੇ ਗੁਲਮ ਹੈਗੇ ਨੇ ਪ੍ਰਸਿੱਧ ਨੇ। ਇਹਨਾਂ ਦਰਿਆਂ ਦੇ ਰਾਹੀਂ ਪੰਜਾਬ ਦੇ, ਜਾਂ ਫਿਰ ਆਪਾਂ ਗੱਲ ਕਰੀਏ ਭਾਰਤ ਦੀ, ਤਾਂ ਇਹਨਾਂ ਦੇ ਸੰਬੰਧ ਮੱਧ ਏਸ਼ੀਆ ਦੇ ਨਾਲ ਬਣੇ ਹੋਏ ਸੀਗੇ ਉਸ ਟਾਈਮ ਤੇ। ਦਰਾ ਖੈਂਬਰ ਰਾਹੀਂ ਜਿਹੜੇ ਜਿੰਨੇ ਵੀ ਪੱਛਮੀ ਹਮਲਾਵਰ ਹੋਏ ਨੇ ਪੰਜਾਬ ਦੇ ਉੱਪਰ, ਜਿਹੜੇ ਹਮਲਾ ਕਰਦੇ ਸੀ ਉਸ ਟਾਈਮ ਤੇ, ਤਾਂ ਉਹ ਇਸੇ ਦਰਵਾਜ਼ੇ ਦੇ ਰਾਹੀਂ ਹੀ ਆਉਂਦੇ ਸੀਗੇ, ਦਰਾ ਖੈਂਬਰ ਦੇ ਰਾਹੀਂ। ਅੱਗੇ ਆਪਾਂ ਗੱਲ ਕਰਾਂਗੇ ਹਿਮਾਲਿਆ ਦੀਆਂ ਪਹਾੜੀਆਂ ਦੇ ਲਾਭ। ਇਹਨਾਂ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਹਿਮਾਲਿਆ ਪਰਬਤ ਹੈਗਾ ਇਹ ਬਹੁਤ ਜ਼ਿਆਦਾ ਉੱਚਾ ਹੈਗਾ ਹੈ, ਤੇ ਉੱਚਾ ਹੋਣ ਦੇ ਨਾਲ ਜਿਹੜੀਆਂ ਇਹਦੀ ਚੋਟੀਆਂ ਹੈਗੀਆਂ ਨੇ ਉਹ ਬਰਫ਼ ਦੇ ਨਾਲ ਢਕੀਆਂ ਹੋਈਆਂ ਨੇ। ਤੇ ਜਦੋਂ ਇਹਨਾਂ ਬਰਫ਼ ਦੀਆਂ ਉੱਪਰ ਚੋਟੀਆਂ ਦੇ ਉੱਪਰ ਜਦੋਂ ਜ਼ਿਆਦਾ ਗਰਮੀ ਪੈਂਦੀ ਹੈਗੀ ਹੈ ਤਾਂ ਉਹ ਜਿਹੜਾ ਪਾਣੀ ਦੇ ਰੂਪ ਵਿੱਚ ਉਹ ਧਰਤੀ ਦੇ ਉੱਪਰ ਆਉਂਦੀਆਂ ਹੈਗੀਆਂ ਨੇ, ਜਿਸ ਦੇ ਚੱਲਦੇ ਪੰਜਾਬ ਦੇ ਦਰਿਆਵਾਂ ਨੂੰ ਜਿਹੜਾ ਸਾਰਾ ਸਾਲ ਇਹਦੇ ਵਿੱਚ ਪਾਣੀ ਜਿਹੜਾ ਮੌਜੂਦ ਰਹਿੰਦਾ ਹੈਗਾ। ਤੇ ਦਰਿਆਵਾਂ ਦੇ ਵਿੱਚ ਜਿਹੜਾ ਸਾਰਾ ਸਾਲ ਪਾਣੀ ਰਹਿਣ ਦੇ ਕਾਰਨ ਹੀ ਜਿਹੜੀ ਪੰਜਾਬ ਦੀ ਧਰਤੀ ਜ਼ਿਆਦਾ ਉਪਜਾਊ ਹੈਗੀ। ਇਸੇ ਲਈ ਜਿਹੜੇ ਇੱਥੋਂ ਦੇ ਲੋਕ ਹੈਗੇ ਨੇ ਜਾਂ ਵਾਸੀ ਹੈਗੇ ਨੇ ਉਹ ਆਰਥਿਕ ਪੱਖ ਤੋਂ ਜਿਹੜੇ ਖੁਸ਼ਹਾਲ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਹ ਤਾਂ ਸੀ ਇਸ ਦਾ ਪਹਿਲਾ ਲਾਭ। ਤੇ ਦੂਸਰੇ ਲਾਭ ਦੀ ਜੇਕਰ ਆਪਾਂ ਗੱਲ ਕਰੀਏ, ਹਿਮਾਲਿਆ ਪਰਬਤ ਜਿਹੜਾ ਹੈਗਾ ਇੱਥੋਂ ਸੰਘਣੇ ਜੰਗਲ ਪ੍ਰਾਪਤ ਹੁੰਦੇ ਹੈਗੇ ਨੇ ਹਿਮਾਲਿਆ ਪਰਬਤ ਤੋਂ। ਤੇ ਇਹਨਾਂ ਜੰਗਲਾਂ ਤੋਂ ਸਾਨੂੰ ਜਿਹੜੀਆਂ ਜੜੀ ਬੂਟੀਆਂ ਪ੍ਰਾਪਤ ਹੁੰਦੀਆਂ ਹੈਗੀਆਂ ਨੇ, ਜਿਹੜੀਆਂ ਕਿ ਅੱਗੇ ਮੈਡੀਸਨ ਦੇ ਤੌਰ ਤੇ ਵਰਤੀਆਂ ਜਾਂਦੀਆਂ ਹੈਗੀਆਂ ਨੇ, ਜਾਂ ਫਿਰ ਉਹਨਾਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈਗੀ। ਇਸ ਤੋਂ ਇਲਾਵਾ ਲੱਕੜ ਪ੍ਰਾਪਤ ਹੁੰਦੀ ਹੈਗੀ ਹੈ। ਇਸ ਦੇ ਨਾਲ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈਗੀ ਉਹ ਵਧੀਆ ਬਣੀ ਰਹਿੰਦੀ ਹੈਗੀ। ਇਸ ਤੋਂ ਇਲਾਵਾ ਜਿਹੜੀ ਉੱਪਰਲੀ ਪਰਤ ਹੈਗੀ ਉਹ ਬਰਫ਼ ਨਾਲ, ਜਾਂ ਫਿਰ ਸੰਘਣੇ ਜੰਗਲ ਜਿਹੜੇ ਹੈਗੇ ਨੇ ਉਹਨਾਂ ਨਾਲ, ਤੇ ਇਸ ਤਰ੍ਹਾਂ ਜਿਹੜੇ ਪਰਬਤ ਹੈਗੇ ਨੇ ਇਹਨਾਂ ਦੀ ਜਿਹੜੀ ਉੱਪਰਲੀ ਪਰਤ ਹੈਗੀ ਉਹ ਬਰਫ਼ ਦੇ ਜਿਹੜੇ ਸੰਘਣੇ ਜੰਗਲ ਹੈਗੇ ਨੇ, ਇਹ ਦੋਨੇ ਚੀਜ਼ਾਂ ਹਮਲਾਵਰਾਂ ਤੋਂ ਰੋਕਦੀਆਂ
ਇਹ ਜਿਹੜੇ ਪਰਬਤ ਨੇ ਇਹਨਾਂ ਦੀ ਉੱਪਰਲੀ ਜਿਹੜੀ ਬਰਫ਼ ਹੈਗੀ ਹੈ ਜਾਂ ਫਿਰ ਆਪਾਂ ਸੰਘਣੇ ਜੰਗਲ ਦੀ ਗੱਲ ਕਰੀਏ ਤਾਂ ਇਹ ਹਮਲਾਵਰਾਂ ਨੂੰ ਹਮਲਾ ਕਰਨ ਤੋਂ ਰੋਕਦੇ ਹੈਗੇ ਨੇ, ਜਾਂ ਫਿਰ ਆਪਾਂ ਕਹੀਏ ਕਿ ਜਿਹੜਾ ਪਹਿਰੇਦਾਰ ਦਾ ਕੰਮ ਕਰਦੀਆਂ ਹੈਗੀਆਂ ਨੇ ਭਾਰਤ ਦੀਆਂ ਜਿਹੜੀਆਂ ਉੱਤਰੀ ਸਰਹੱਦ ਹੈਗੀ ਹੈ ਇਹਨਾਂ ਦੇ ਉੱਪਰ। ਅੱਗੇ ਆਪਾਂ ਗੱਲ ਕਰਾਂਗੇ ਮੌਨਸੂਨ ਪੌਣਾਂ ਜਿਹੜੀਆਂ ਹੈਗੀਆਂ ਨੇ ਇਹ ਵੀ ਪਰਬਤਾਂ ਨਾਲ ਟਕਰਾ ਕੇ ਹੀ ਮੀਂਹ ਜਿਹੜਾ ਵਰਸਾਉਂਦੀਆਂ ਹੈਗੀਆਂ ਨੇ। ਜੇਕਰ ਪੰਜਾਬ ਦੇ ਉੱਤਰ ਭਾਗ ਦੇ ਵਿੱਚ ਹਿਮਾਲਿਆ ਪਰਬਤ ਨਾ ਹੁੰਦਾ ਤਾਂ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇੱਥੇ ਜਿਹੜਾ ਇਹ ਇਲਾਕਾ ਜਿਹੜਾ ਖੁਸ਼ਕ ਹੋਣਾ ਸੀਗਾ ਜਾਂ ਫਿਰ ਜ਼ਿਆਦਾ ਠੰਡਾ ਬਣ ਕੇ ਰਹਿ ਜਾਣਾ ਸੀ, ਜਿਸ ਦੇ ਚੱਲਦੇ ਇੱਥੇ ਖੇਤੀ ਜਿਹੜੀ ਹੈਗੀ ਨਾ ਦੇ ਬਰਾਬਰ ਹੋਣੀ ਸੀ। ਇਸ ਤੋਂ ਇਲਾਵਾ ਆਪਾਂ ਦੇਖਾਂਗੇ ਹਿਮਾਲਿਆ ਪਰਬਤ ਦੇ ਸਦਕਾ ਜਿਹੜਾ ਪੰਜਾਬ ਦੇ ਕੋਲ ਉਸ ਟਾਈਮ ਤੇ ਸੈਲਾਨੀ ਸਥਾਨ ਸੀਗੇ ਜਿਹੜੇ ਕਿ ਬਹੁਤ ਜ਼ਿਆਦਾ ਸੁੰਦਰ ਸੀ, ਜਿਹੜੇ ਕਿ ਵਿਦੇਸ਼ੀ ਯਾਤਰੀਆਂ ਦੇ ਲਈ ਜਿਹੜਾ ਖਿੱਚ ਦਾ ਕੇਂਦਰ ਬਣੇ ਹੋਏ ਹੈਗੇ ਨੇ। ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਸ਼ਿਮਲਾ, ਮਨਾਲੀ, ਚਾਇਲ ਤੇ ਸੋਲਨ ਜਿਹੜੀਆਂ ਜਗ੍ਹਾ ਹੈਗੀਆਂ ਨੇ ਮੌਜੂਦ ਸੀਗੀਆਂ ਉਸ ਟਾਈਮ ਤੇ ਇਹਦੇ ਵਿੱਚ ਜਿੰਨੇ ਵੀ ਇਹ ਪ੍ਰਦੇਸ਼ ਹੈਗੇ ਨੇ ਅੱਜ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਜੂਦ ਹੈਗੇ ਨੇ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਜਿਹੜੇ ਪੱਛਮੀ ਪਹਾੜੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਸੁਲੇਮਾਨ ਤੇ ਕੇਦਾਰਥ ਦੇ ਜਿਹੜੇ ਦਰੇ ਵੀ ਜਿਹੜੇ ਪੰਜਾਬ ਲਈ ਲਾਭਦਾਇਕ ਸਿੱਧ ਹੋਏ ਹੈਗੇ ਨੇ। ਇਹਨਾਂ ਦੇ ਰਾਹੀਂ ਜਿਹੜੇ ਮੱਧ ਏਸ਼ੀਆ ਦੇ ਨਾਲ ਆਵਾਜਾਈ ਹੁੰਦੀ ਰਹੀ ਹੈਗੀ ਆ ਉਸ ਟਾਈਮ ਤੇ। ਇਸ ਤੋਂ ਇਲਾਵਾ ਜਿਹੜੇ ਵਪਾਰ ਹੈਗੇ ਨੇ ਜਾਂ ਕਲਾ ਤੇ ਸੱਭਿਆਚਾਰ ਪ੍ਰਫੁੱਲਿਤ ਹੋਇਆ ਇਹ ਵੀ ਇਹਨਾਂ ਦਰਿਆਂ ਦੇ ਰਾਹੀਂ ਹੀ ਹੁੰਦਾ ਰਿਹਾ ਹੈਗਾ ਏ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹਿਮਾਲਿਆ ਦੀਆਂ ਪਹਾੜੀਆਂ ਹੈਗੀਆਂ ਨੇ ਇਹ ਪੰਜਾਬ ਦੀ ਜਿੰਦ ਜਾਨ ਹੈਗੀਆਂ ਨੇ। ਅੱਗੇ ਆਪਾਂ ਗੱਲ ਕਰਾਂਗੇ ਉਪ ਪਹਾੜੀ ਇਲਾਕਾ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਹਿਮਾਲਿਆ ਪਰਬਤ ਦੇ ਨਾਲ ਨਾਲ ਦੱਖਣ ਵਿੱਚ ਲੱਗਦੇ ਸ਼ਿਵਾਲਿਕ ਤੇ ਕਸੌਲੀ ਦੀਆਂ ਜਿਹੜੀਆਂ ਪਹਾੜੀਆਂ ਹੈਗੀਆਂ ਨੇ ਇਹਨਾਂ ਦੇ ਭੀੜੇ ਇਲਾਕੇ ਨੂੰ ਵੀ ਪੰਜਾਬ ਦਾ ਉਪ ਪਹਾੜੀ ਇਲਾਕਾ ਬੋਲਿਆ ਜਾਂਦਾ ਹੈਗਾ। ਇਹ ਇਲਾਕੇ ਦੀ ਜੇਕਰ ਉਚਾਈ ਦੀ ਗੱਲ ਕਰੀਏ ਤਾਂ ਇਹ 308 ਮੀਟਰ ਤੋਂ ਲੈ ਕੇ 923 ਮੀਟਰ ਤੱਕ ਇਸ ਦੀ ਜਿਹੜੀ ਉਚਾਈ ਹੈਗੀ ਹੈ। ਇਸ ਦੇ ਜਿਹੜਾ ਜੇਹਲਮ ਦਾ ਪੂਰਬੀ ਇਲਾਕਾ, ਰੋਪੜ ਅੰਬਾਲਾ ਦਾ ਇਲਾਕਾ, ਕਾਂਗੜੇ ਦੀਆਂ ਜਿਹੜੀਆਂ ਨੀਵੀਆਂ ਪਹਾੜੀਆਂ ਹੈਗੀਆਂ ਨੇ ਜਾਂ ਫਿਰ ਉਹ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਜਿਹੜਾ ਉੱਤਰੀ ਭਾਗ, ਗੁਜਰਾਤ ਜ਼ਿਲ੍ਹੇ ਦੀ ਪੱਬੀ ਦਾ ਇਲਾਕਾ, ਸਿਆਲਕੋਟ ਜ਼ਿਲ੍ਹੇ ਦੇ ਕੁਝ ਇਲਾਕੇ ਵੀ ਇਸ ਦੇ ਵਿੱਚ ਸ਼ਾਮਿਲ ਹੈਗੇ ਨੇ। ਇੱਥੇ ਮੀਂਹ ਜਿਹੜਾ ਕਾਫੀ ਮਾਤਰਾ ਦੇ ਵਿੱਚ ਰਹਿੰਦਾ ਹੈਗਾ ਏ, ਪਰ ਜਿਹੜੀ ਭੂਮੀ ਹੈਗੀ ਉਹ ਰੇਤਲੀ ਹੈਗੀ ਹੈ ਤੇ ਪਥਰੀਲੀ ਹੈਗੀ ਹੈ, ਇਸ ਲਈ ਇੱਥੋਂ ਦਾ ਇਲਾਕਾ ਜਿਹੜਾ ਉਹ ਉਪਜਾਊ ਵੀ ਨਹੀਂ ਹੈਗਾ ਤੇ ਜਿਹੜੀ ਵਸੋਂ ਹੈਗੀ ਉਹ ਵੀ ਬਹੁਤ ਜ਼ਿਆਦਾ ਘੱਟ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਉਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਇੱਥੋਂ ਦੀ ਮੁੱਖ ਫਸਲਾਂ ਦੀ ਤਾਂ ਇਹਦੇ ਵਿੱਚ ਮੱਕੀ, ਚੌਲ ਤੇ ਕਣਕ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਇੱਥੋਂ ਦੇ ਲੋਕਾਂ ਦੀਆਂ ਮੁੱਖ ਫਸਲਾਂ ਹੈਗੀਆਂ ਨੇ। ਅੱਗੇ ਆਪਾਂ ਗੱਲ ਕਰਾਂਗੇ ਮੈਦਾਨੀ ਖੇਤਰ। ਮੈਦਾਨੀ ਖੇਤਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਸੁਲੇਮਾਨ ਦੀਆਂ ਪਹਾੜੀਆਂ ਤੋਂ ਲੈ ਕੇ ਯਮੁਨਾ ਨਦੀ ਤੱਕ ਦਾ ਜਿੰਨਾ ਵੀ ਇਲਾਕਾ ਹੁੰਦਾ ਹੈਗਾ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈਗਾ ਹੈ। ਰਾਵੀ ਤੋਂ ਲੈ ਕੇ ਯਮੁਨਾ ਨਦੀ ਤੱਕ ਦਾ ਜਿੰਨਾ ਵੀ ਇਲਾਕਾ ਹੈਗਾ ਉਸ ਨੂੰ ਪੂਰਬੀ ਮੈਦਾਨ ਬੋਲਿਆ ਜਾਂਦਾ ਹੈਗਾ ਹੈ, ਤੇ ਜਿਹੜਾ ਰਾਵੀ ਨਦੀ ਤੋਂ ਲੈ ਕੇ ਸਿੰਧ ਨਦੀ ਤੱਕ ਦਾ ਜਿੰਨਾ ਵੀ ਇਲਾਕਾ ਹੈਗਾ ਇਸ ਨੂੰ ਪੱਛਮੀ ਮੈਦਾਨ ਬੋਲਿਆ ਜਾਂਦਾ ਹੈਗਾ ਹੈ। ਇਹ ਵਾਲਾ ਜਿਹੜਾ ਇਲਾਕਾ ਹੈਗਾ ਇਹ ਪੂਰਬੀ ਇਲਾਕਾ ਜਿਸ ਨੂੰ ਆਪਾਂ ਬੋਲਦੇ ਹੈਗੇ ਆ ਪੂਰਬੀ ਮੈਦਾਨ ਜਾਂ ਬੋਲਦੇ ਹੈਗੇ ਆਪਾਂ ਇਸ ਨੂੰ। ਇਹ ਜਿਹੜਾ ਭਾਗ ਹੈਗਾ ਇਹ ਭੂ ਭਾਗ ਹੈਗਾ ਇਹ ਕਾਫੀ ਜ਼ਿਆਦਾ ਉਪਜਾਊ ਸੀਗਾ ਉਸ ਟਾਈਮ ਤੇ ਇੱਥੋਂ ਦੀ ਜਿਹੜੀ ਵਸੋਂ ਵੀ ਕਾਫੀ ਸੰਘਣੀ ਸੀਗੀ। ਇਸ ਦੇ ਉਲਟ ਜਿਹੜਾ ਪੱਛਮੀ ਭਾਗ ਹੈਗਾ ਇੱਥੋਂ ਦੀ ਜਿਹੜੀ ਵਸੋਂ ਘੱਟ ਸੀ, ਪਲੱਸ ਜਿਹੜੇ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਉਹ ਘੱਟ ਖੁਸ਼ਹਾਲ ਸੀਗੇ। ਆਪਾਂ ਕਹਿ ਸਕਦੇ ਹੈਗੇ ਕਿ ਇੱਥੋਂ ਦੀ ਜਿਹੜੀ ਭੂ ਭਾਗ ਹੈਗਾ ਉਹ ਜ਼ਿਆਦਾ ਉਪਜਾਊ ਨਹੀਂ ਸੀ ਉਸ ਟਾਈਮ ਤੇ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਦੁਆਬ ਦੇ ਬਾਰੇ ਵਿੱਚ। ਦੁਆਬ ਜਿਹੜੇ ਹੈਗੇ ਨੇ ਉਹ ਦੋ ਦਰਿਆਵਾਂ ਦੇ ਵਿਚਕਾਰ ਦੀ ਜਿਹੜੀ ਧਰਤੀ ਹੈਗੀ ਹੈ ਜਾਂ ਜਿਹੜਾ ਇਲਾਕਾ ਹੈਗਾ ਏ ਉਸ ਨੂੰ ਦੁਆਬ ਬੋਲਿਆ ਜਾਂਦਾ ਹੈਗਾ ਏ। ਇਹ ਜਿਹੜਾ ਅਕਬਰ ਦੇ ਟਾਈਮ ਤੋਂ ਹੀ ਆਪਾਂ ਨੂੰ ਇਸੇ ਤਰ੍ਹਾਂ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਆਪਾਂ ਜੇ ਗੱਲ ਕਰੀਏ ਦੁਆਬਾਂ ਦੀ ਤਾਂ ਇਹ ਜਿਹੜੀਆਂ ਦੋ ਨਦੀਆਂ ਹੈਗੀਆਂ ਨੇ ਸਿੰਧ ਤੇ ਜੇਹਲਮ ਹੈਗੀਆਂ ਇਹਦੇ ਵਿਚਕਾਰ ਦੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਬੋਲਿਆ ਜਾਂਦਾ ਸੀਗਾ। ਇਸ ਤੋਂ ਇਲਾਵਾ ਜਿਹੜਾ ਜੇਹਲਮ ਤੇ ਚੇਨਾਬ ਨਦੀ ਹੈਗੀ ਇਸ ਦੇ ਵਿਚਕਾਰ ਦੇ ਇਲਾਕੇ ਨੂੰ ਚੱਜ ਦੁਆਬ ਬੋਲਿਆ ਜਾਂਦਾ ਸੀ। ਚੇਨਾਬ ਦਾ ਚੱਚਾ ਤੇ ਜਿਹੜਾ ਜੇਹਲਮ ਹੈਗਾ ਉਹਦਾ ਜੱਜਾ, ਇਹਨਾਂ ਦੇ ਪਹਿਲੇ ਅੱਖਰ ਤੋਂ ਹੀ ਇਹਦਾ ਜਿਹੜਾ ਨਾਮ ਹੈਗਾ ਉਹ ਚੱਜ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਚੱਜ ਦੁਆਬ। ਇਸ ਤਰ੍ਹਾਂ ਰਾਵੀ ਤੇ ਚੇਨਾਬ ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਰਚਨਾ ਦੁਆਬ ਬੋਲਿਆ ਜਾਂਦਾ ਹੈਗਾ ਏ। ਬਿਆਸ ਤੇ ਰਾਵੀ ਨਦੀਆਂ ਦੇ ਜਿਹੜਾ ਵਿਚਕਾਰ ਦਾ ਇਲਾਕਾ ਹੈਗਾ ਉਸ ਨੂੰ ਬਾਰੀ ਦੁਆਬ ਬੋਲਿਆ ਜਾਂਦਾ ਹੈਗਾ ਤੇ ਇਸੇ ਤਰ੍ਹਾਂ ਜਿਹੜਾ ਸਤਲੁਜ ਤੇ ਬਿਆਸ ਨਦੀ ਦਾ ਵਿਚਕਾਰ ਦਾ ਇਲਾਕਾ ਹੈਗਾ ਉਸ ਨੂੰ ਬਿਸਤ ਦੁਆਬ ਬੋਲਿਆ ਜਾਂਦਾ ਹੈਗਾ। ਇਸ ਤਰ੍ਹਾਂ ਜਿਹੜੇ 5 ਦੁਆਬੇ ਹੈਗੇ ਨੇ ਪੰਜਾਬ ਦੇ ਵਿੱਚ ਮੌਜੂਦ ਹੈਗੇ ਨੇ। ਪਹਿਲਾਂ ਆਪਾਂ ਗੱਲ ਕਰਾਂਗੇ ਸਿੰਧ ਸਾਗਰ ਦੁਆਬ ਦੇ ਬਾਰੇ ਵਿੱਚ। ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਇਹ ਵਾਲਾ ਇਲਾਕਾ ਹੈਗਾ ਉਹ ਬਿਲਕੁਲ ਵੀ ਉਪਜਾਊ ਨਹੀਂ ਹੈਗਾ। ਅੱਗੇ ਆਪਾਂ ਗੱਲ ਕਰਾਂਗੇ ਚੱਜ ਦੁਆਬ ਦੀ। ਚੱਜ ਦੁਆਬ ਜਿਹੜਾ ਹੈਗਾ ਇਸ ਇਲਾਕੇ ਦੇ ਮੁਕਾਬਲੇ ਸਿੰਧ ਸਾਗਰ ਦੁਆਬ ਦੇ ਮੁਕਾਬਲੇ ਜਿਹੜਾ ਇਹ ਵਾਲਾ ਇਲਾਕਾ ਥੋੜਾ ਜਿਹਾ ਉਪਜਾਊ ਹੈਗਾ ਹੈ। ਤੇ ਇੱਥੇ ਜੇਕਰ ਆਪਾਂ ਪ੍ਰਸਿੱਧ ਨਗਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਗੁਜਰਾਤ, ਭੇਰਾ, ਸ਼ਾਹਪੁਰ ਜਿਹੜੇ ਹੈਗੇ ਨੇ ਇਸ ਦੁਆਬੇ ਦੇ ਪ੍ਰਸਿੱਧ ਨਗਰ ਹੈਗੇ ਨੇ। ਰਚਨਾ ਦੁਆਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਰਚਨਾ ਦੁਆਬ ਜਿਹੜਾ ਹੈਗਾ ਇਹ ਕਾਫੀ ਉਪਜਾਊ ਇਲਾਕਾ ਹੈਗਾ ਇਹ ਪਹਿਲਾਂ ਵਾਲੇ ਦੋਵਾਂ ਦੁਆਬਿਆਂ ਦੇ ਮੁਕਾਬਲੇ ਵਿੱਚ, ਚੱਜ ਤੇ ਸਿੰਧ ਸਾਗਰ ਦੁਆਬ ਦੇ ਮੁਕਾਬਲੇ ਵਿੱਚ। ਤੇ ਇਹਦੀ ਜੇਕਰ ਆਪਾਂ ਪ੍ਰਸਿੱਧ ਨਗਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਿਆਲਕੋਟ, ਗੁਜਰਾਵਾਲਾ ਤੇ ਸ਼ੇਖੂਪੁਰਾ ਇਸ ਦੁਆਬੇ ਦੇ ਪ੍ਰਸਿੱਧ ਨਗਰ ਹੈਗੇ ਨੇ। ਅੱਗੇ ਆਪਾਂ ਗੱਲ ਕਰਾਂਗੇ ਬਾਰੀ ਦੁਆਬ ਦੀ। ਇਹ ਵਾਲਾ ਜਿਹੜਾ ਇਲਾਕਾ ਹੈਗਾ ਇਹ ਪੰਜਾਬ ਦੇ ਜਿਹੜਾ ਮੱਧ ਦੇ ਵਿੱਚ ਪੈਂਦਾ ਸੀ, ਇਸ ਲਈ ਇਸ ਨੂੰ ਮਾਝਾ ਬੋਲਿਆ ਜਾਂਦਾ ਹੈਗਾ ਏ। ਤੇ ਜਿਹੜੇ ਇੱਥੋਂ ਦੇ ਵਸਨੀਕ ਹੈਗੇ ਨੇ ਇਹਨਾਂ ਦੇ ਲਈ ਮਝੈਲ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਇਹ ਇਲਾਕਾ ਬਾਕੀ ਦੇ ਸਾਰੇ ਜਿੰਨਾ ਵੀ ਭੂ-ਭਾਗ ਹੈ ਪੰਜਾਬ ਦਾ ਉਹਦੇ ਤੋਂ ਸਭ ਤੋਂ ਵੱਧ ਉਪਜਾਊ ਹੈਗਾ ਏ। ਇੱਥੋਂ ਦੇ ਪ੍ਰਸਿੱਧ ਨਗਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਲਾਹੌਰ ਤੇ ਅੰਮ੍ਰਿਤਸਰ ਜਿਹੜੇ ਹੈਗੇ ਨੇ ਇਸ ਦੁਆਬੇ ਦੇ ਪ੍ਰਸਿੱਧ ਨਗਰ ਹੈਗੇ ਨੇ। ਅੱਗੇ ਆਪਾਂ ਗੱਲ ਕਰਾਂਗੇ ਦੁਆਬਾ ਬਿਸਤ ਦੀ। ਜਿਹੜਾ ਦੁਆਬਾ ਬਿਸਤ ਹੈਗਾ ਇਸ ਨੂੰ ਦੁਆਬਾ ਬਿਸਤ ਜਲੰਧਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਏ। ਇੱਥੋਂ ਦੇ ਪ੍ਰਸਿੱਧ ਨਗਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਆਉਂਦਾ ਹੈਗਾ ਏ।
जिस तरह इस वाले इलाके ਨੂੰ ਮਾਝਾ ਬੋਲਿਆ ਜਾਂਦਾ ਹੈ, ਉਸੇ ਤਰ੍ਹਾਂ ਇਹ ਵਾਲਾ ਇਲਾਕਾ ਜਿਹੜਾ ਹੈਗਾ ਇਹ ਦੁਆਬਾ ਦੇ ਨਾਮ ਨਾਲ ਪ੍ਰਸਿੱਧ ਹੈਗਾ ਹੈ। ਅੱਗੇ ਆਪਾਂ ਗੱਲ ਕਰਾਂਗੇ ਇਸ ਵਾਲੇ ਇਲਾਕੇ ਦੀ। ਇਸ ਨੂੰ ਜਿਹੜਾ ਇਸ ਇਲਾਕੇ ਨੂੰ ਇਹਦੇ ਇਸ ਜਗ੍ਹਾ ਦੇ ਉੱਪਰ ਘੱਗਰ ਦਰਿਆ ਵਹਿੰਦਾ ਹੈਗਾ। ਘੱਗਰ ਤੋਂ ਸਤਲੁਜ ਦਰਿਆ ਦੇ ਵਿਚਕਾਰ ਦੀ ਜਿਹੜੀ ਭੂਮੀ ਹੈਗੀ ਹੈ, ਇਹ ਜਿਹੜਾ ਲੰਬਾ ਚੌੜਾ ਹਿੱਸਾ ਹੈਗਾ, ਇਸ ਲਈ ਮਾਲਵਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈਗੀ ਤੇ ਇੱਥੋਂ ਦੇ ਜਿਹੜੇ ਵਸਨੀਕ ਹੈਗੇ ਨੇ ਇਹਨਾਂ ਦੇ ਲਈ ਮਲਵਈ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈਗੀ। ਤੇ ਇੱਥੋਂ ਦੇ ਜੇਕਰ ਪ੍ਰਸਿੱਧ ਨਗਰਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਪਟਿਆਲਾ, ਰੋਪੜ, ਸਰਹਿੰਦ, ਲੁਧਿਆਣਾ, ਅੰਬਾਲਾ, ਬਠਿੰਡਾ ਤੇ ਫਿਰੋਜ਼ਪੁਰ ਜਿਹੜੇ ਹੈਗੇ ਨੇ ਇਸ ਇਲਾਕੇ ਦੇ ਪ੍ਰਸਿੱਧ ਸ਼ਹਿਰ ਹੈਗੇ ਨੇ। ਇਸ ਇਲਾਕੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਘੱਗਰ ਤੋਂ ਜਮੁਨਾ ਨਦੀ ਦੇ ਵਿਚਕਾਰ ਦਾ ਇਲਾਕਾ ਹੈਗਾ ਹੈ ਤੇ ਇਹ ਵੀ ਜਿਹੜਾ ਕਾਫੀ ਉਪਜਾਊ ਹੈਗਾ ਹੈ। ਇਸ ਨੂੰ ਜਿਹੜਾ ਬਾਂਗਰ ਬੋਲਿਆ ਜਾਂਦਾ ਹੈਗਾ ਹੈ। ਤੇ ਜੇਕਰ ਇੱਥੋਂ ਦੇ ਪ੍ਰਸਿੱਧ ਨਗਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੁਰੂਕਸ਼ੇਤਰ, ਪਾਣੀਪਤ, ਕਰਨਾਲ, ਥਾਨੇਸਰ, ਰੋਹਤਕ ਇੱਥੋਂ ਦੇ ਪ੍ਰਸਿੱਧ ਨਗਰ ਹੈਗੇ ਨੇ। ਇਹ ਤਾਂ ਸੀਗੀਆਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਇਹਦੇ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਇਤਿਹਾਸ ਦੇ ਉੱਪਰ ਪ੍ਰਭਾਵ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜਿਹੜਾ ਪੰਜਾਬ ਹੈਗਾ ਇਹ ਭਾਰਤ ਦਾ ਪ੍ਰਵੇਸ਼ ਦੁਆਰ ਹੈਗਾ। ਇੱਥੇ ਆਪਾਂ ਦੇਖਦੇ ਹੈਗੇ ਕਿ ਜਿਹੜਾ ਪੰਜਾਬ ਹੈਗਾ ਜਿੰਨੇ ਵੀ ਹਮਲਾਵਰ ਹੈਗੇ ਨੇ ਜਿਨ੍ਹਾਂ ਨੇ ਉੱਤਰ ਪੱਛਮ ਦਿਸ਼ਾ ਤੋਂ ਹਮਲਾ ਕੀਤਾ ਹੈ ਭਾਰਤ ਦੇ ਉੱਪਰ, ਤੇ ਉਹ ਸਾਰੇ ਦੇ ਸਾਰੇ ਜਿੰਨੇ ਵੀ ਹਮਲਾਵਰ ਸੀਗੇ ਉਹ ਪੰਜਾਬ ਦੇ ਰਾਹੀਂ ਹੁੰਦੇ ਹੋਏ, ਜਾਂ ਆਪਾਂ ਗੱਲ ਕਰੀਏ ਖੈਬਰ ਦਰੇ ਦੇ ਰਾਹੀਂ ਹੁੰਦੇ ਹੋਏ ਪੰਜਾਬ ਵਿੱਚ ਆਉਂਦੇ ਸੀ ਤੇ ਪੰਜਾਬ ਨੂੰ ਪਾਰ ਕਰਕੇ ਹੀ ਜਿਹੜਾ ਉਹ ਅੱਗੇ ਚੱਲ ਕੇ ਭਾਰਤ ਦੇ ਵਿੱਚ ਦਾਖਲ ਹੁੰਦੇ ਸੀਗੇ। ਅੱਗੇ ਆਪਾਂ ਦੇਖਾਂਗੇ ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ। ਆਪਾਂ ਦੇਖਦੇ ਹਾਂ ਕਿ ਜਿਹੜੇ ਪੰਜਾਬ ਦੇ ਦਰਿਆ ਹੈਗੇ ਨੇ ਇਹਨਾਂ ਨੇ ਵੀ ਇਤਿਹਾਸ ਉੱਪਰ ਡੂੰਘਾ ਪ੍ਰਭਾਵ ਪਾਇਆ ਹੈਗਾ ਹੈ। ਦਰਿਆ ਜਿਹੜੇ ਹੈਗੇ ਨੇ ਸਾਰਾ ਸਾਲ ਵਹਿਣ ਦੇ ਕਰਕੇ ਜਿਹੜਾ ਸੂਬੇ ਦੇ ਵਿਚਕਾਰ ਸੀਮਾ ਦਾ ਕੰਮ ਕਰਦੇ ਸੀਗੇ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਜਿਹੜਾ ਸਤਲੁਜ ਦਰਿਆ ਹੈਗਾ ਹੈ ਅੰਗਰੇਜ਼ਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿਚਕਾਰ ਇਸ ਨੇ ਵੀ ਸੀਮਾ ਦਾ ਕੰਮ ਕੀਤਾ ਹੈਗਾ ਹੈ। ਇਸ ਤੋਂ ਇਲਾਵਾ ਜਿਹੜਾ ਰਾਵੀ ਦਰਿਆ ਹੈਗਾ ਹੈ ਇਹ ਹਿੰਦ ਪਾਕ ਸੀਮਾ ਦਾ ਕੰਮ ਕਰਦਾ ਸੀਗਾ। ਜਾਂ ਫਿਰ ਆਪਾਂ ਗੱਲ ਕਰੀਏ ਜਿਹੜੇ ਦਰਿਆਵਾਂ ਨੇ ਜਿਹੜੇ ਦਰਿਆ ਹੈਗੇ ਨੇ ਇਹਨਾਂ ਨੇ ਹਮਲਾਵਰਾਂ ਨੂੰ ਰੋਕਣ ਦਾ ਕੰਮ ਵੀ ਕੀਤਾ ਹੈਗਾ। ਇਸ ਤੋਂ ਇਲਾਵਾ ਦਰਿਆਵਾਂ ਰਾਹੀਂ ਵਪਾਰ ਵੀ ਹੁੰਦਾ ਸੀਗਾ ਤੇ ਇਹਨਾਂ ਨੇ ਵਪਾਰ ਦੇ ਵਿੱਚ ਵਾਧਾ ਵੀ ਕੀਤਾ ਹੈਗਾ ਤੇ ਜਿਹੜੀ ਆਰਥਿਕ ਦਸ਼ਾ ਦੇ ਵਿੱਚ ਵੀ ਸੁਧਾਰ ਕੀਤਾ ਹੈਗਾ। ਪੰਜਾਬੀਆਂ ਦੇ ਸੁਭਾਅ ਉੱਪਰ ਪ੍ਰਭਾਵ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜੇ ਭੂਗੋਲਿਕ ਲੱਛਣਾਂ ਨੇ ਇੱਥੋਂ ਦੀ ਜਿਹੜੀ ਸਿਰਫ ਰਾਜਨੀਤਿਕ ਦਿਸ਼ਾ ਨੂੰ ਹੀ ਹਾਲਤ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਇਹਦੇ ਜਿਹੜਾ ਸੱਭਿਆਚਾਰ ਹੈਗਾ ਇਸ ਨੂੰ ਵੀ ਪ੍ਰਭਾਵਿਤ ਕੀਤਾ ਹੈਗਾ। ਇਸ ਤੋਂ ਇਲਾਵਾ ਜਿਹੜੇ ਪੰਜਾਬੀ ਹੈਗੇ ਨੇ ਉਹਨਾਂ ਨੂੰ ਉੱਤਰ ਪੱਛਮੀ ਸੀਮਾ ਤੋਂ ਸਦਾ ਹੀ ਜਿਹੜਾ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਡਰ ਲੱਗਾ ਰਹਿੰਦਾ ਸੀਗਾ। ਇਸ ਲਈ ਉਹਨਾਂ ਨੂੰ ਹਥਿਆਰਬੰਦ ਰਹਿਣ ਲਈ ਮਜਬੂਰ ਹੋਣਾ ਪਿਆ। ਇਸ ਦੇ ਚੱਲਦੇ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ ਉਹ ਜੰਗਜੂ ਤੇ ਬਹਾਦਰ ਹੈਗੇ ਨੇ। ਜੰਗਜੂ ਕਹਿਣ ਤੋਂ ਭਾਵ ਜਿਹੜੇ ਯੋਧੇ ਦੇ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਇਲਾਵਾ ਭਾਰਤ ਦੀ ਏਕਤਾ, ਸੁਤੰਤਰਤਾ ਤੇ ਉન્નਤੀ ਵੀ ਪੰਜਾਬੀਆਂ ਦੇ ਬਲ ਤੇ ਹੀ ਜਿਹੜੀ ਨਿਰਭਰ ਰਹੀ ਹੈਗੀ ਹੈ, ਕਿਉਂਕਿ ਜਿਹੜੇ ਪੰਜਾਬੀ ਹੈਗੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜੇ ਵਿਦੇਸ਼ੀ ਹਮਲਾਵਰ ਹੈਗੇ ਨੇ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਪੈਂਦਾ ਸੀ। ਤੇ ਇਸ ਦੇ ਨਾਲ ਹੀ ਆਪਾਂ ਦੇਖਦੇ ਹੈਗੇ ਕਿ ਵਿਦੇਸ਼ੀਆਂ ਦੇ ਨਾਲ ਵਾਹ ਪੈਣ ਦੇ ਚੱਲਦੇ ਜਿਹੜੇ ਪੰਜਾਬੀ ਹੈਗੇ ਨੇ ਉਹਨਾਂ ਨੇ ਜਿਹੜੀਆਂ ਵਿਦੇਸ਼ੀ ਹੈਗੇ ਨੇ ਉਹਨਾਂ ਦੀਆਂ ਚੰਗੀਆਂ ਜਿਹੜੀਆਂ ਰੁਚੀਆਂ ਸੀ ਉਹਨਾਂ ਨੂੰ ਗ੍ਰਹਿਣ ਕਰ ਲਿਆ ਸੀ ਤੇ ਨਾਲ ਦੀ ਨਾਲ ਦੂਜੇ ਲੋਕਾਂ ਦੇ ਨਾਲੋਂ ਜਿਹੜਾ ਸਦਾ ਹੀ ਅੱਗੇ ਰਹੇ ਹੈਗੇ ਨੇ। ਜਾਂ ਆਪਾਂ ਇਸ ਲਈ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਯੁੱਧ ਵਗੈਰਾ ਕਰਨੇ ਪੈਂਦੇ ਸੀ ਤਾਂ ਸਭ ਤੋਂ ਅੱਗੇ ਹੋ ਕੇ ਉਹਨਾਂ ਨੂੰ ਲੜਨਾ ਪੈਂਦਾ ਸੀ, ਕਿਉਂਕਿ ਜਿਹੜੇ ਵਿਦੇਸ਼ੀ ਹਮਲਾਵਰ ਹੈਗੇ ਨੇ ਉਹ ਪੰਜਾਬ ਦੇ ਰਾਹੀਂ ਹੀ ਹਮਲੇ ਕਰਦੇ ਸੀ। ਅੱਗੇ ਆਪਾਂ ਦੇਖਾਂਗੇ ਪੰਜਾਬ ਵਧੇਰੇ ਕਰਕੇ ਵਿਦੇਸ਼ੀ ਹਾਕਮਾਂ ਦੇ ਅਧੀਨ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਹਮਲਾਵਰ ਹਮਲਾ ਕਰਦਾ ਸੀ ਤਾਂ ਉਸ ਨੂੰ ਜਿਹੜਾ ਭਾਰਤ ਨੂੰ ਜਿੱਤਣ ਦੇ ਲਈ ਪਹਿਲਾਂ ਪੰਜਾਬ ਨੂੰ ਜਿੱਤਣਾ ਪੈਂਦਾ ਸੀਗਾ। ਇਸ ਦੇ ਲਈ ਜਿਹੜੇ ਜਿੰਨੇ ਵੀ ਹਮਲਾਵਰ ਹੈਗੇ ਨੇ ਉਹ ਉੱਤਰ ਪੱਛਮੀ ਸੀਮਾ ਤੋਂ ਹੀ ਭਾਰਤ ਦੇ ਵੱਲ ਆਉਂਦੇ ਸੀਗੇ। ਇਸ ਦੇ ਚੱਲਦੇ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਉੱਤੇ ਹੀ ਉਹਨਾਂ ਦੇ ਦੁਆਰਾ ਅਧਿਕਾਰ ਕੀਤਾ ਜਾਂਦਾ ਸੀਗਾ। ਤੇ ਇਸ ਦੀ ਆਪਾਂ ਗੱਲ ਕਰਾਂਗੇ ਕੁਸ਼ਾਣਾ, ਹੂਣਾ ਜਾਂ ਫਿਰ ਸਿਕੰਦਰ ਦੀ ਗੱਲ ਕਰੀਏ ਤਾਂ ਇੱਥੇ ਹੀ ਜਿਹੜੀ ਉਹਨਾਂ ਨੇ ਆਪਣੇ ਰਾਜ ਦੀ ਸਥਾਪਨਾ ਕੀਤੀ ਸੀਗੀ। ਭੂਗੋਲਿਕ ਸਥਿਤੀ ਦੇ ਕਾਰਨ ਹੀ ਜਿਹੜੀ ਪੰਜਾਬ ਲਗਭਗ 150 ਵਰੇ ਤੱਕ ਗਜ਼ਨੀ ਦੇ ਰਾਜ ਦੇ ਅਧੀਨ ਰਿਹਾ ਸੀਗਾ। ਇੱਥੇ ਅਹਿਮਦ ਸ਼ਾਹ ਅਬਦਾਲੀ ਤੇ ਸ਼ਾਹਜਮਾਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਵੀ ਪੰਜਾਬ ਦੇ ਉੱਪਰ ਆਪਣਾ ਹੱਕ ਜਮਾਇਆ ਸੀ ਤੇ ਅਫਗਾਨ ਦੇਸ਼ ਨਾਲ ਮਿਲਾਉਣ ਦਾ ਯਤਨ ਵੀ ਕੀਤਾ ਸੀ ਪੰਜਾਬ ਨੂੰ। ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਰਕੇ ਹੀ ਜਿਹੜੇ ਅੰਗਰੇਜ਼ ਹੈਗੇ ਨੇ ਉਹ ਸਭ ਤੋਂ ਪਿੱਛੋਂ ਜਿਹੜੇ ਪੰਜਾਬ ਦੇ ਵਿੱਚ ਪਹੁੰਚੇ ਸੀਗੇ, ਕਿਉਂਕਿ ਉਹਨਾਂ ਦੇ ਜਿਹੜਾ ਪ੍ਰਵੇਸ਼ ਦੁਆਰ ਸੀਗਾ ਉਹ ਦੱਖਣ ਪੂਰਬ ਦਿਸ਼ਾ ਤੋਂ ਉਹਨਾਂ ਨੇ ਭਾਰਤ ਦੇ ਵਿੱਚ ਪ੍ਰਵੇਸ਼ ਕੀਤਾ ਸੀਗਾ। ਇਸ ਲਈ ਉਹ ਪੰਜਾਬ ਦੇ ਵਿੱਚ ਸਭ ਤੋਂ ਮਗਰੋਂ ਪਹੁੰਚਦੇ ਹੈਗੇ ਨੇ। ਇਸ ਤਰ੍ਹਾਂ ਆਪਾਂ ਦੇਖਦੇ ਹੈਗੇ ਕਿ ਪੰਜਾਬ ਜਿਹੜਾ ਹੈਗਾ ਏ ਉਹ ਲਗਾਤਾਰ ਜੰਗਾਂ ਯੁੱਧਾਂ ਦੇ ਵਿੱਚ ਉਹਨੂੰ ਸ਼ਾਮਿਲ ਹੋਣਾ ਪਿਆ ਹੈਗਾ ਏ। ਤੇ ਇਸ ਦੇ ਨਾਲ ਆਪਾਂ ਦੇਖਦੇ ਹਾਂ ਜਿਹੜਾ ਅੱਜ ਦਾ ਆਪਣਾ ਚੈਪਟਰ ਹੈਗਾ ਹੈ ਉਹ ਇੱਥੇ ਸਮਾਪਤ ਹੁੰਦਾ ਹੈਗਾ ਹੈ। ਤੇ ਨਾਲ ਦੀ ਨਾਲ ਜਿਹੜੀ ਅੱਜ ਦੀ ਵੀਡੀਓ ਹੈਗੀ ਹੈ ਇਹਦਾ ਵੀ ਐਂਡ ਹੁੰਦਾ ਹੈਗਾ ਹੈ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।